ਸਲੋਕ ਮਹੱਲਾ ਪੰਜਵਾ। ਤਿੰਨਾ ਭੁੱਖ ਨਾ ਕਾਰਹੀ, ਜਿਸਦਾ ਪ੍ਰਭ ਹੈ ਸੋਏ। ਨਾਨਕ ਚਰਨੀ ਲੱਗਿਆ, ਉਧਰੈ ਸਭੋ ਕੋਏ। ਮਹੱਲਾ ਪੰਜਵਾ। ਜਾਚਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ। ਨਾਨਕ ਪਰਮੇਸ਼ਰ ਜਜਵਾਨ, ਤਿਸ ਹੈ ਭੁੱਖ ਨਾ ਮੂਲ। ਪੌੜੀ। ਮਨ ਰਤਾ ਗੋਬਿੰਦ ਸੰਗ, ਸੱਚ ਭੋਜਨ ਜੋੜੇ। ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ। ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁਖ ਨਾ ਮੋੜੇ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਉ ਇਹੋ, ਨਿਤ ਪ੍ਰਭ ਕੋ ਲੋੜੇ। ਮਹਾਰਾਜ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੌੜੀ ਦੀ ਵਾਰ ਦੇ ਅੰਦਰ ਸ਼ਲੋਕ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਤਿੰਨਾ ਭੁੱਖ ਨਾ ਕਾਰਹੀ। ਮਹਾਰਾਜ ਜੀ ਕਹਿਣ ਲੱਗੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਆਸਾ ਰੂਪੀ ਭੁੱਖ ਨਹੀਂ ਲੱਗਦੀ, ਤ੍ਰਿਸ਼ਨਾ ਰੂਪੀ ਭੁੱਖ ਨਹੀਂ ਰਹਿੰਦੀ। ਜਿਸ ਦਾ ਪ੍ਰਭ ਹੈ ਸੋਏ, ਜਿਨ੍ਹਾਂ ਦਾ ਉਹ ਪਰਮੇਸ਼ਰ ਆਪ ਮਾਲਕ ਹੈ। ਤਿੰਨਾ ਭੁੱਖ ਨਾ ਕਾਰਹੀ, ਜਿਸ ਦਾ ਪ੍ਰਭ ਹੈ ਸੋਏ, ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਆਸਾ ਰੂਪੀ ਭੁੱਖ ਨਹੀਂ ਲੱਗਦੀ। ਜਿਨ੍ਹਾਂ ਦਾ ਉਹ ਪ੍ਰਭੂ ਪਰਮੇਸ਼ਰ ਆਪ ਮਾਲਕ ਹੈ। ਨਾਨਕ ਚਰਨੀ ਲੱਗਿਆ, ਉਧਰੈ ਸਭੋ ਕੋਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਚਰਨਾਂ ਵਿੱਚ ਲੱਗਣਾ ਕਰੋ। ਕਿ ਨਾਨਕ ਚਰਨੀ ਲੱਗਿਆ, ਉਧਰੈ ਸਭੋ ਕੋਏ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹਨਾਂ ਦੇ ਚਰਨਾਂ ਵਿੱਚ ਲੱਗਣ ਕਰਕੇ ਸਭ ਕਿਸੇ ਦਾ ਉਧਾਰ ਹੋ ਜਾਂਦਾ ਹੈ। ਜੋ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੁੰਦੇ ਹਨ, ਜੈਸੇ ਕਿ ਜੋ ਹੀ ਪਰਮੇਸ਼ਰ ਦਾ ਰੂਪ ਹੋ ਜਾਂਦੇ ਹਨ, ਉਹਨਾਂ ਦੀ ਸਿੱਖਿਆ ਲੈ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਜਾਚਕ ਮੰਗੈ ਨਿਤ ਨਾਮ। ਭਗਤ ਜਨ ਪਰਮੇਸ਼ਰ ਦੇ ਦਰ ਵਿੱਚ ਮੰਗਤਾ ਹੋ ਕੇ ਨਿੱਤਾ ਪ੍ਰਤੀ ਨਾਮ ਦੀ ਖੈਰ ਮੰਗਦੇ ਹਨ। ਜਾਚਕ ਮੰਗੈ ਨਿਤ ਨਾਮ, ਸਾਹਿਬ ਕਰੇ ਕਬੂਲ। ਭਗਤ ਜਨ ਪਰਮੇਸ਼ਰ ਦੇ ਦਰ ਵਿੱਚ ਜਾਚਕ ਮੰਗਤਾ ਹੋ ਕੇ ਨਿੱਤਾ ਪ੍ਰਤੀ ਨਾਮ ਦੀ ਖੈਰ ਮੰਗਦੇ ਹਨ ਅਤੇ ਸਾਹਿਬ ਕਰੇ ਕਬੂਲ। ਸਾਹਿਬ ਮਾਲਕ ਪਰਮੇਸ਼ਰ ਉਹਨਾਂ ਦੀ ਬੇਨਤੀ ਨੂੰ ਕਬੂਲ ਪ੍ਰਵਾਨ ਕਰਦਾ ਹੈ। ਨਾਨਕ ਪਰਮੇਸ਼ਰ ਜਜਵਾਨ, ਤਿਸ ਹੈ ਭੂਖ ਨਾ ਮੂਲ। ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਨੂੰ ਪਰਮੇਸ਼ਰ ਆਪ ਜਜਮਾਨ ਦਾਨ ਦੇਣ ਵਾਲਾ ਹੈ, ਉਹਨਾਂ ਨੂੰ ਮੂਲ ਕਦਾਚਿਤ ਵੀ ਭੁੱਖ ਨਹੀਂ ਲੱਗਦੀ। ਪੌੜੀ ਦੇ ਅੰਦਰ ਮਹਾਰਾਜ ਜੀ ਕਥਨ ਕਰਦੇ ਹਨ, ਮਨ ਰਤਾ ਗੋਬਿੰਦ ਸੰਗ, ਸੱਚ ਭੋਜਨ ਜੋੜੇ। ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਨਾਲ ਰੰਗਿਆ ਗਿਆ ਹੈ, ਜਿਨ੍ਹਾਂ ਦਾ ਮਨ, ਜਿਨ੍ਹਾਂ ਦਾ ਹਿਰਦਾ ਪਰਮੇਸ਼ਰ ਦੇ ਨਾਲ ਰੰਗਿਆ ਗਿਆ ਹੈ, ਉਹਨਾਂ ਦਾ ਇਹੋ ਹੀ ਸੱਚਾ ਭੋਜਨ, ਸੱਚੇ ਪੁਸ਼ਾਕੇ ਹਨ। ਜੈਸਾ ਕਿ ਰੱਤਾ ਪਹਿਨਣ ਮਨ ਰਤਾ, ਸੋ ਪੈਂਦੀ ਸਤ ਦਾਨ। ਨੀਲੀ ਚਾਹੀ ਕਦਾ ਕਰਨੀ, ਪਹਿਰਨ ਪੈਰ ਧਿਆਨ। ਕਿ ਉਹਨਾਂ ਦਾ ਉਹੀ ਖਾਣ ਪੀਣ ਹੈ ਜੋ ਪਰਮੇਸ਼ਰ ਦਾ ਨਾਮ, ਨਾਮ ਦੀ ਦਾਤ ਮਿਲਦੀ ਹੈ। ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ। ਜਿਹੜੀ ਹਰੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਲੱਗ ਜਾਣੀ ਹੈ, ਇਹੋ ਹੀ ਉਸ ਦੇ ਹਸਤੀ ਹਾਥੀ ਘੋੜੇ ਹਨ। ਸ਼ਰਾਵਣ ਮੰਨਣ ਕਰ ਰੂਪੀ ਘੋੜੇ ਤੇ ਨਿਧਾਸਨ ਕਰ ਰੂਪੀ ਹਾਥੀ ਦੀ ਸਵਾਰੀ ਕਰਦੇ ਹਨ
ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁਖ ਨਾ ਮੋੜੇ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਤੋਂ ਮੁਖ ਮੂੰਹ ਨੂੰ ਨਹੀਂ ਮੋੜਦੇ, ਉਹਨਾਂ ਨੂੰ ਇਹੋ ਰਾਜ ਭਾਗ ਤੇ ਮਿਲਖ ਜਗੀਰਾਂ ਦੀਆਂ ਬਹੁਤੀਆਂ ਖੁਸ਼ੀਆਂ ਪ੍ਰਸੰਨਤਾ ਹੁੰਦੀਆਂ ਹਨ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਹੇ ਪ੍ਰਭੂ ਪਰਮੇਸ਼ਰ, ਅਸੀਂ ਤੇਰੇ ਸਾਧ ਸੰਗਤ ਰੂਪੀ ਦਰ ਦੇ ਢਾਡੀ ਕੀਰਤਨੀਏ ਜਸ ਉਚਾਰਨ ਕਰਨ ਵਾਲੇ ਹਾਂ। ਅਸੀਂ ਇਹੋ ਹੀ ਮੰਗਦੇ ਹਾਂ ਕਿ ਆਪ ਜੀ ਦਾ ਗਿਆਨ ਰੂਪੀ ਦਰਵਾਜ਼ਾ, ਸਰੂਪ ਰੂਪੀ ਦਰਵਾਜ਼ਾ ਕਦਾਚਿਤ ਵੀ ਨਾ ਛੱਡੀਏ। ਅਸੀਂ ਇਹੋ ਹੀ ਮੰਗਦੇ ਹਾਂ। ਨਾਨਕ ਮਨ ਤਨ ਚਾਉ ਹੈ, ਨਿਤ ਪ੍ਰਭ ਕੋ ਲੋੜੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਸਾਡੇ ਹਿਰਦੇ ਵਿੱਚ ਵੀ, ਸਰੀਰ ਵਿੱਚ ਵੀ ਇਹੋ ਚਾਉ ਹੈ, ਇਹੋ ਉਤਸ਼ਾਹ ਲੱਗਿਆ ਹੈ ਕਿ ਹੇ ਪ੍ਰਭੂ, ਨਿਤਾ ਪ੍ਰਤੀ ਹੀ ਆਪ ਜੀ ਨੂੰ ਚਾਹੁੰਦੇ ਹਾਂ, ਲੋੜਦੇ ਹਾਂ। ਸਾਨੂੰ ਇਹ ਲੋੜ ਲੱਗੀ ਹੈ ਕਿ ਆਪ ਕਿਸ ਤਰ੍ਹਾਂ ਪ੍ਰਾਪਤ ਹੋਣਗੇ। ਸਾਨੂੰ ਤੁਹਾਡੇ ਪ੍ਰਾਪਤ ਹੋਣ ਦੀ ਲੋੜ ਹੈ, ਚਾਹਨਾ ਹੈ। ਸਾਡੇ ਤੇ ਕਿਰਪਾ ਕਰੋ। ਸੁਧ ਕੀਚੇ। ਸੁਧ ਇੱਕ ਰਾਗ ਦਾ ਨਾਂ ਹੈ ਅਤੇ ਸੁਧ ਕੀਚੇ ਕੰਚੀਰਨ ਰਾਗ ਹੁੰਦੇ ਹਨ ਕਿ ਸੰਕੀਰਨ ਰਾਗ ਹੁੰਦੇ ਹਨ। ਜਿਸ ਵਿੱਚ ਸਿਮਰਤ ਰਾਗ ਹੋਵੇ ਉਸ ਨੂੰ ਸੁਧ ਕੀਚੇ ਕਹਿੰਦੇ ਹਨ। ਭਾਵ ਜਿਸ ਵਿੱਚ ਬਖਿਆਨ ਵੀ ਹੋਵੇ ਤੇ ਅਲਾਪ ਵੀ ਹੋਵੇ ਉਸ ਨੂੰ ਸੁਧ ਕੀਚੇ ਕਹਿੰਦੇ ਹਨ। ਇੱਥੇ ਸ਼ਲੋਕਾਂ ਵਿੱਚ ਅਲਾਪ ਹੈ ਤੇ ਪੌੜੀਆਂ ਵਿੱਚ ਬਖਿਆਨ ਹੈ। ਇਸ ਕਰਕੇ ਮਿਸ਼ਰਤ ਰਾਗ ਹੋਣ ਕਰਕੇ ਇੱਥੇ ਸੁਧ ਕੀਚੇ ਲਿਖਿਆ ਹੈ। ਸੁਧ ਇਕੱਲੇ ਰਾਗ ਦਾ ਨਾਮ ਹੈ। ਇੱਥੇ ਗੁਰੂ ਜੀ ਨੇ ਸੁਧ ਗੌੜੀ ਰਾਗ ਦਾ ਉਚਾਰਨ ਕੀਤਾ ਹੈ। ਇਸ ਕਰਕੇ ਕੋਈ ਇਸ ਬਾਣੀ ਉੱਤੇ ਕਲਮ ਨਾ ਚੁੱਕੇ ਕਿ ਆਪਣੀ ਮਰਜ਼ੀ ਅਨੁਸਾਰ ਪੌੜੀਆਂ ਅੱਗੇ ਪਿੱਛੇ ਕਰ ਦੇਣ। ਪਰਮੇਸ਼ਰ ਨੇ ਸੁਧ ਕਰਕੇ ਇਹ ਲਿਖਣਾ ਕੀਤੀਆਂ ਹਨ। ਅੱਗੇ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ। ਗੌੜੀ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ। ਰਾਗ ਗੌੜੀ ਭਗਤਾਂ ਕੀ ਬਾਣੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਅਤੇ ਪਹਿਲੇ ਗੁਰਾਂ ਦੀ ਬਾਣੀ ਗੌੜੀ ਰਾਗਣੀ ਵਿੱਚ ਦਰਜ ਕਰਕੇ ਹੁਣ ਭਗਤਾਂ ਦੀ ਬਾਣੀ ਦਰਜ ਕਰਦੇ ਹਨ। ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਆਈ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਆਈ। ਇਸ ਤੋਂ ਉਪਰੰਤ ਭਗਤਾਂ ਦੀ ਬਾਣੀ ਦਰਜ ਕਰਦੇ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਰਾਗ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪਦੇ 14 ਕਿ ਇੱਕ ਓੰਕਾਰ ਅਦਵੈਤ ਸਰੂਪ ਪਰਮੇਸ਼ਰ। ਓੰਕਾਰ ਸਰਬ ਦਾ ਪ੍ਰਕਾਸ਼ਕ, ਸਤ ਤ੍ਰੈ ਕਾਲ ਆਵਾਦ ਰੂਪ ਨਾਮ ਪ੍ਰਸਿੱਧ ਹੈ। ਕਰਤਾ ਸਾਰੇ ਜਗਤ ਨੂੰ ਰਚਣ ਵਾਲਾ, ਪੁਰਖ ਪੂਰਨ ਸਭ ਜਗ੍ਹਾ ਵਿਆਪਕ, ਜੋ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੌੜੀ ਗੁਆਰੇਰੀ। ਗੌੜੀ ਰਾਗਣੀ ਦੀ ਗੁਆਰੇਰੀ ਜਾਤੀ ਵਿੱਚ ਸ਼੍ਰੋਮਣੀ ਉੱਤਮ ਭਗਤ ਕਬੀਰ ਜੀ ਦੇ ਚੌਪਦੇ 4-4 ਪਦਿਆਂ ਵਾਲੇ 14 ਸ਼ਬਦ ਆਉਣਗੇ। ਬਾਕੀ 2 ਪਦੇ ਤਿੱਪਦੇ ਅੱਗੇ ਹੋਰ ਆਉਣਗੇ। ਉੱਥੇ ਪਹਿਲਾ ਨੰਬਰ ਦਿੱਤੇ ਜਾਣਗੇ। ਉਥਾਨਕਾ ਹੈ ਕਿ ਭਗਤ ਕਬੀਰ ਜੀ ਦੇ ਪਾਸ ਬਹੁਤ ਸਾਰੇ ਸਾਧੂ ਮਹਾਤਮਾ ਜਗਿਆਸੂ ਬ੍ਰਹਮਚਾਰੀ ਇਕੱਠੇ ਹੋਏ। ਭਗਤ ਕਬੀਰ ਜੀ ਨੂੰ ਸ਼ਾਂਤ ਚਿੱਤ ਬੈਠੇ ਵੇਖ ਕੇ ਉਹਨਾਂ ਮਹਾਤਮਾ ਨੇ ਬੇਨਤੀ ਕੀਤੀ। ਭਗਤ ਕਬੀਰ ਜੀ ਦੇ ਪਾਸ ਬਹੁਤ ਸਾਰੇ ਸਾਧੂ ਮਹਾਤਮਾ ਜਗਿਆਸੂ ਬ੍ਰਹਮਚਾਰੀ ਇਕੱਤਰ ਹੋਏ। ਭਗਤ ਕਬੀਰ ਜੀ ਸ਼ਾਂਤ ਬੈਠੇ ਸਨ ਤੇ ਸ਼ਾਂਤ ਚਿੱਤ ਬੈਠੇ ਵੇਖ ਕੇ ਉਹਨਾਂ ਮਹਾਤਮਾ ਨੇ ਬੇਨਤੀ ਕੀਤੀ ਕਿ ਕਬੀਰ ਸਾਹਿਬ,
ਇਤਨੀ ਸ਼ਾਂਤੀ ਆਪ ਜੀ ਨੂੰ ਕਿੱਥੋਂ ਪ੍ਰਾਪਤ ਹੋਈ ਹੈ ਜੋ ਤੁਹਾਡੇ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਫੁਰਦਾ। ਆਤਮਾ ਆਨੰਦ ਵਿੱਚ ਹੀ ਇੱਕ ਰਸ ਲੀਨ ਰਹਿੰਦੇ ਹੋ। ਆਪ ਨੂੰ ਇਤਨੀ ਠੰਡ ਕਿੱਥੋਂ ਪ੍ਰਾਪਤ ਹੋ ਗਈ? ਤਾਂ ਭਗਤ ਕਬੀਰ ਜੀ ਨੇ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਦੱਸਦੇ ਹਨ ਕਿ ਹੇ ਸੰਤ ਜਨੋ, ਮਹਾਰਾਜ ਦੇ ਨਾਮ ਕਰਕੇ ਸਾਡਾ ਮਨ ਤਾਪਣੋਂ ਹਟ ਗਿਆ ਹੈ। ਨਾਮ ਦੇ ਕਰਕੇ ਹੀ ਸਾਡੇ ਅੰਦਰ ਬਲਦੀ ਹੋਈ ਅੱਗ ਸ਼ਾਂਤ ਹੋ ਗਈ ਹੈ, ਜਿਸ ਕਰਕੇ ਅਸੀਂ ਇਕਾਗਰ ਚਿੱਤ ਬੈਠੇ ਰਹਿੰਦੇ ਹਾਂ। ਭਗਤ ਕਬੀਰ ਸਾਹਿਬ ਜੀ ਤਾਂ ਪਹਿਲਾਂ ਹੀ ਸ਼ਾਂਤ ਸਰੂਪ ਸਨ, ਜੋ ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿੰਦੇ ਸਨ। ਫਿਰ ਉਹਨਾਂ ਦੇ ਅੰਦਰ ਇਸ ਤਾਪਤ ਰਜੋਂ ਤਮੋਂ ਸਤੋਂ ਤਿੰਨੇ ਗੁਣ ਕਿੱਥੇ ਹੋਣੇ ਸੀ? ਇਹ ਤਾਂ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਸਮਝਾਉਣ ਵਾਸਤੇ ਉਪਦੇਸ਼ ਕਥਨ ਕਰਦੇ ਹਨ। ਅਬ ਮੋਹੇ ਚਲਤ ਰਾਮ ਜਲ ਪਾਇਆ। ਭਗਤ ਕਬੀਰ ਜੀ ਕਹਿਣ ਲੱਗੇ, ਹੇ ਸੰਤ ਜਨੋ, ਪਹਿਲਾਂ ਮੋਹੇ ਅਸੀਂ ਪਰਮੇਸ਼ਰ ਦੇ ਵਿਛੋੜੇ ਦੀ ਅੱਗ ਵਿੱਚ ਸੜ ਰਹੇ ਸੀ। ਆਪ ਹੁਣ ਅਸੀਂ ਰਾਮ ਪਰਮਾਤਮਾ ਰੂਪੀ ਜਲ ਪਾਣੀ ਨੂੰ ਪਾ ਲਿਆ ਹੈ। ਪਹਿਲਾਂ ਅਸੀਂ ਮੋਹ ਆਦਿਕਾਂ ਦੀ ਤ੍ਰਿਸ਼ਨਾ ਰੂਪੀ ਅੱਗ ਵਿੱਚ ਸੜਦੇ ਸੀ। ਰਾਮ ਜਲ ਪਾਇਆ, ਹੁਣ ਅਸੀਂ ਸ਼ਾਂਤੀ ਦੇਣ ਵਾਲਾ ਰਾਮ ਰੂਪੀ ਜਲ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਹੈ। ਜਿਸ ਵੇਲੇ ਭਗਤ ਕਬੀਰ ਜੀ ਭਗਤੀ ਕਰਦੇ ਸੀ ਤਾਂ ਪਰਮੇਸ਼ਰ ਦੇ ਵਿਛੋੜੇ ਕਰਕੇ ਹਿਰਦਾ ਬਹੁਤ ਤਪਦਾ ਸੀ। ਇੱਕ ਦਿਨ ਭਗਤੀ ਕਰਦਿਆਂ ਨੂੰ ਆਕਾਸ਼ ਬਾਣੀ ਹੋਈ ਭਗਤ ਕਬੀਰ ਜੀ ਨੂੰ ਕਿ ਹੇ ਕਬੀਰ, ਗੁਰੂ ਦੇ ਉਪਦੇਸ਼ ਤੋਂ ਬਿਨਾ ਮੇਰੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਪਰਮੇਸ਼ਰ ਨੇ ਆਕਾਸ਼ ਬਾਣੀ ਦੁਆਰਾ ਸਮਝਾਇਆ ਭਗਤ ਕਬੀਰ ਜੀ ਨੂੰ ਕਿ ਕਬੀਰ, ਗੁਰੂ ਦੇ ਉਪਦੇਸ਼ ਤੋਂ ਬਿਨਾ ਕਿ ਮੇਰੀ ਪ੍ਰਾਪਤੀ ਨਹੀਂ ਹੋਣੀ। ਪਰਮੇਸ਼ਰ ਨੇ ਕਿਹਾ, ਕਬੀਰ ਜੀ ਨੇ ਕਿਹਾ ਕਿ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ? ਆਕਾਸ਼ ਬਾਣੀ ਦੁਆਰਾ ਕਹਿੰਦੇ ਹਨ ਕਿ ਮੈਂ ਗੁਰੂ ਕਿਸ ਨੂੰ ਧਾਰਨ ਕਰਾਂ? ਤਾਂ ਕਿਹਾ ਕਿ ਰਾਮਾਨੰਦ ਨੂੰ ਆਪਣਾ ਗੁਰੂ ਧਾਰਨ ਕਰ ਲੈ। ਕਬੀਰ ਜੀ ਕਹਿਣ ਲੱਗੇ ਕਿ ਰਾਮਾਨੰਦ ਜੀ ਨੀਵੀਂ ਜਾਤੀ ਵਾਲੇ ਨੂੰ ਉਪਦੇਸ਼ ਨਹੀਂ ਦਿੰਦੇ। ਉਸ ਵਕਤ ਆਕਾਸ਼ ਬਾਣੀ ਹੋਈ ਕਿ ਕਬੀਰ ਜੀ ਨੂੰ ਕਿਹਾ ਆਕਾਸ਼ ਬਾਣੀ ਦੁਆਰਾ ਪਰਮੇਸ਼ਰ ਨੇ ਕਿ ਰਾਮਾਨੰਦ ਸਵੇਰੇ ਇਸ਼ਨਾਨ ਕਰਨ ਜਾਂਦਾ ਹੈ, ਉਸ ਵਕਤ ਤੂੰ ਰਸਤੇ ਵਿੱਚ ਲੰਮਾ ਪੈ ਜਾਈਂ, ਉਹ ਆਪ ਹੀ ਤੈਨੂੰ ਉਪਦੇਸ਼ ਦੇ ਦੇਗਾ। ਕਬੀਰ ਜੀ ਨੇ ਆਕਾਸ਼ ਬਾਣੀ ਦਿੱਤੀ ਹੋਈ ਸਿੱਖਿਆ ਉਸੇ ਪ੍ਰਕਾਰ ਕੀਤਾ। ਉਹ ਕਾਂਸੀ ਵਿੱਚ ਬ੍ਰਹਮ ਘਾਟ ਦੇ ਰਾਹ ਉੱਤੇ ਲੰਮੇ ਪੈ ਗਏ ਕਬੀਰ ਜੀ। ਕਬੀਰ ਜੀ ਇਸੇ ਪ੍ਰਕਾਰ ਕੀਤਾ ਕਬੀਰ ਜੀ ਨੇ ਕਿ ਉਹ ਕਾਂਸੀ ਵਿੱਚ ਬ੍ਰਹਮ ਘਾਟ ਹੈ ਕਿ ਬ੍ਰਹਮ ਘਾਟ ਦੇ ਰਾਹ ਉੱਤੇ ਲੰਮੇ ਪੈ ਗਏ ਰਸਤੇ 'ਤੇ। ਉੱਧਰੋਂ ਰਾਮਾਨੰਦ ਜੀ ਇਸ਼ਨਾਨ ਕਰਨ ਲਈ ਆ ਗਏ। ਹਨੇਰਾ ਹੋਣ ਕਰਕੇ ਰਾਮਾਨੰਦ ਜੀ ਦਾ ਪੈਰ, ਭਾਵ ਰਾਮਾਨੰਦ ਜੀ ਦਾ ਠੇਡਾ ਕਬੀਰ ਜੀ ਨੂੰ ਲੱਗਿਆ, ਤਾਂ ਖੜਾਮ ਦੀ ਠੋਕਰ ਲੱਗਣ ਕਰਕੇ ਸਰੀਰ ਨੂੰ ਤਕਲੀਫ ਹੋਈ ਕਬੀਰ ਜੀ ਨੂੰ। ਕਬੀਰ ਜੀ ਰੋ ਪਏ। ਭਾਈ ਲਹਿਣਾ ਜੀ ਕਬੀਰ ਪੰਥੀ ਨੇ ਉਸ ਵੇਲੇ ਕਬੀਰ ਜੀ ਦੀ ਉਮਰ 7 ਵਰ੍ਹੇ ਦੀ ਲਿਖੀ ਹੈ ਕਿ 7 ਵਰ੍ਹਿਆਂ ਦੇ ਸਨ ਜਦੋਂ ਰਸਤੇ ਵਿੱਚ ਲੰਮੇ ਪੈ ਕੇ ਰਾਮਾਨੰਦ ਜੀ ਤੋਂ ਉਪਦੇਸ਼ ਲੈਤਾ ਸੀ। ਤਦੋਂ ਰਾਮਾਨੰਦ ਜੀ ਨੇ ਕਿਹਾ ਕਿ ਬੱਚਾ ਰੋਏ ਨਾਹੀਂ, ਰਾਮ ਕਹੋ ਰੋਣਾ ਨਾ ਕਰ। ਤਾਂ ਭਗਤ ਕਬੀਰ ਜੀ ਨੇ ਉਸੇ ਵੇਲੇ ਰਾਮ ਰਾਮ ਕਰਨ ਲੱਗ ਪਏ। ਇਸ ਪ੍ਰਕਾਰ ਇਹਨਾਂ ਨੇ ਉਪਦੇਸ਼ ਪ੍ਰਾਪਤ ਕੀਤਾ ਭਗਤ ਕਬੀਰ ਜੀ ਨੇ ਠੇਡਾ ਲੱਗਣ ਤੋਂ ਹੀ, ਅਤੇ ਕਬੀਰ ਜੀ ਦਾ ਪ੍ਰਤਾਪ ਬਹੁਤ ਵੱਧ ਗਿਆ ਰਾਮ ਰਾਮ ਕਰਦਿਆਂ, ਭਗਤੀ ਕਰਦਿਆਂ। ਉਸ ਵੇਲੇ ਰਾਮਾਨੰਦ ਜੀ ਨੇ ਚੇਲਿਆਂ ਨੇ ਰਾਮਾਨੰਦ ਨੂੰ ਸ਼ਿਕਾਇਤ ਕੀਤੀ ਕਿ ਭਗਤ ਕਬੀਰ ਜੀ ਦਾ ਪ੍ਰਤਾਪ ਬਹੁਤ ਵੱਧ ਗਿਆ ਹੈ, ਸਾਨੂੰ ਕੋਈ ਪੁੱਛਦਾ ਵੀ ਨਹੀਂ, ਤੇ ਤੁਸੀਂ ਆਪ ਹੀ
ਉਸ ਨੀਵੀਂ ਜਾਤ ਵਾਲੇ ਨੂੰ ਗੁਰੂ ਦੀ ਦੀਖਣਾ ਦਿੱਤੀ ਹੈ, ਭਾਵ ਉਪਦੇਸ਼ ਦਿੱਤਾ ਹੈ। ਰਾਮਾਨੰਦ ਜੀ ਕਹਿਣ ਲੱਗੇ ਕਿ ਮੈਂ ਤਾਂ ਕਦੇ ਨੀਵੀਂ ਜਾਤ ਵਾਲੇ ਨੂੰ ਉਪਦੇਸ਼ ਨਹੀਂ ਦਿੱਤਾ। ਚੇਲਿਆਂ ਨੇ ਕਿਹਾ ਰਾਮਾਨੰਦ ਜੀ ਦਿਆਂ ਨੇ ਕਿ ਕਬੀਰ ਕਹਿੰਦਾ ਹੈ ਕਿ ਮੇਰੇ ਗੁਰੂ ਰਾਮਾਨੰਦ ਜੀ ਹਨ। ਰਾਮਾਨੰਦ ਜੀ ਕਹਿੰਦੇ ਕਿ ਜਾਓ ਫਿਰ ਉਸ ਕਬੀਰ ਨੂੰ ਇੱਥੇ ਬੁਲਾ ਕੇ ਲਿਆਓ। ਭਗਤ ਕਬੀਰ ਜੀ ਆ ਗਏ ਤਾਂ ਇਹਨਾਂ ਨੇ ਭਗਤ ਜੀ ਨੂੰ ਦੂਰ ਬਿਠਾ ਦਿੱਤਾ ਕਬੀਰ ਜੀ ਨੂੰ, ਤੇ ਆਪ ਕਨਾਤ ਤਾਣ ਲਈ। ਰਾਮਾਨੰਦ ਜੀ ਨੇ ਕਨਾਤ ਤਾਣ ਕੇ ਅੰਦਰ ਭਗਤ ਰਾਮਾਨੰਦ ਜੀ ਧਿਆਨ ਦੁਆਰਾ ਠਾਕੁਰਾਂ ਦੀ ਪੂਜਾ ਕਰ ਰਹੇ ਹਨ। ਕਨਾਤਾਂ ਤਾਣ ਕੇ ਕਨਾਤਾਂ ਦੇ ਅੰਦਰ ਰਾਮਾਨੰਦ ਜੀ ਠਾਕੁਰਾਂ ਦੀ ਪੂਜਾ ਕਰ ਰਹੇ ਹਨ, ਤਾਂ ਮੁਕਟ ਇਹਨਾਂ ਨੇ ਪਹਿਲਾਂ ਹੀ ਪਹਿਨਾ ਦਿੱਤਾ। ਠਾਕਰਾਂ ਦੇ ਉੱਤੇ ਮੁਕਟ ਪਹਿਲਾਂ ਹੀ ਪਹਿਨਾ ਦਿੱਤਾ ਤੇ ਮਾਲਾ ਪਾਉਣ ਦਾ ਚੇਤਾ ਭੁੱਲ ਗਿਆ। ਠਾਕਰਾਂ ਦੇ ਗਲ 'ਚ ਮਾਲਾ ਪਾਉਂਦੇ ਸਨ, ਪਹਿਲਾਂ ਮੁਕਟ ਪਹਿਨਾ ਦਿੱਤਾ, ਮਾਲਾ ਪਾਉਣੀ ਭੁੱਲ ਗਏ। ਮਾਲਾ ਮੁਕਟ ਦੇ ਉੱਪਰ ਦੀ ਪੈਂਦੀ ਨਹੀਂ ਸੀ। ਇਹ ਬਹੁਤ ਚਿੰਤਾ ਵਿੱਚ ਸਨ ਕਿ ਹੁਣ ਜੇਕਰ ਮਾਲਾ ਨਹੀਂ ਪਾਉਂਦੇ ਤਾਂ ਪੂਜਾ ਸੰਪੂਰਨ ਨਹੀਂ ਹੋਣੀ। ਜੇਕਰ ਮੁਕਟ ਉਤਾਰਦੇ ਹਾਂ ਭਗਵਾਨ ਦਾ ਨਿਰਾਦਰ ਹੁੰਦਾ ਹੈ। ਉਧਰ ਭਗਤ ਕਬੀਰ ਜੀ ਨੇ ਬਾਹਰੋਂ ਬੈਠਿਆਂ ਹੋਇਆਂ ਨੇ ਕਿਹਾ ਕਿ ਗੁਰੂ ਜੀ ਮਾਲਾ ਦੀ ਘੁੰਡੀ ਖੋਲ੍ਹ ਕੇ ਗਲੇ ਵਿੱਚ ਪਾ ਦਿਓ। ਇਹ ਸੁਣ ਕੇ ਰਾਮਾਨੰਦ ਜੀ ਹੈਰਾਨ ਹੋਏ ਤੇ ਕਨਾਤ ਚੁੱਕ ਭੱਜ ਕੇ ਭਗਤ ਜੀ ਨੂੰ ਗਲ ਨਾਲ ਲਾ ਲਿਆ। ਕਹਿੰਦੇ ਕਿ ਇਤਨੀ ਤਾਕਤ ਤੇਰੇ ਵਿੱਚ ਕਿਵੇਂ ਆਈ? ਭਗਤ ਜੀ ਕਹਿਣ ਲੱਗੇ ਕਿ ਜੋ ਤੁਸੀਂ ਰਾਮ ਨਾਮ ਮੰਤਰ ਦਿੱਤਾ ਹੈ ਉਸ ਨੂੰ ਜਪਣ ਕਰਕੇ ਇਹ ਤਾਕਤ ਆਈ ਹੈ। ਰਾਮਾਨੰਦ ਜੀ ਕਹਿਣ ਲੱਗੇ ਕਿ ਮੈਂ ਤਾਂ ਤੈਨੂੰ ਕਦੇ ਮਿਲਿਆ ਹੀ ਨਹੀਂ, ਫਿਰ ਮੈਂ ਤੈਨੂੰ ਉਪਦੇਸ਼ ਕਿਵੇਂ ਦੇ ਦਿੱਤਾ? ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਗੁਰੂ ਜੀ ਇੱਕ ਦਿਨ ਆਪ ਜੀ ਇਸ਼ਨਾਨ ਕਰਨ ਲਈ ਗਏ ਸੀ ਤਾਂ ਮੈਂ ਰਸਤੇ ਵਿੱਚ ਲੰਮਾ ਪਿਆ ਸੀ। ਤੁਹਾਡੇ ਪੈਰਾਂ ਦਾ ਠੇਡਾ ਲੱਗਣ ਕਰਕੇ ਤੁਸੀਂ ਕਿਹਾ ਸੀ ਰਾਮ ਕਹੋ ਰੋਵੋ ਨਾ। ਮੈਂ ਉਸੇ ਦਿਨ ਤੋਂ ਰਾਮ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਰਕੇ ਇਹ ਸ਼ਕਤੀ ਮੇਰੇ ਵਿੱਚ ਆਈ ਹੈ। ਸੋ ਇਸ ਪ੍ਰਕਾਰ ਕਬੀਰ ਜੀ ਨੇ ਰਾਮਾਨੰਦ ਜੀ ਕੋਲੋਂ ਉਪਦੇਸ਼ ਲਿਆ ਹੈ। ਫਿਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂਸੀ ਵਿੱਚ ਗਏ ਤਾਂ ਉੱਥੇ ਬਹੁਤ ਭਗਤ ਸਤਿਗੁਰੂ ਜੀ ਨੂੰ ਮਿਲੇ। ਕਬੀਰ ਜੀ ਯਾਤਰਾ ਤੋਂ ਆ ਰਹੇ ਸਨ ਤਾਂ ਕਾਂਸੀ ਤੋਂ ਬਾਹਰ ਗੁਰੂ ਜੀ ਦੇ ਨਾਲ ਮਿਲਾਪ ਹੋਇਆ ਭਗਤ ਕਬੀਰ ਜੀ ਦਾ। ਉਸ ਵੇਲੇ ਭਗਤ ਕਬੀਰ ਜੀ ਦੀ ਉਮਰ 106 ਸਾਲ ਦੀ ਸੀ। ਭਗਤ ਕਬੀਰ ਜੀ ਪਹਿਲਾਂ ਸਰਗੁਣ ਦੇ ਉਪਾਸਕ ਸਨ, ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਣ ਕਰਕੇ ਇਹਨਾਂ ਨੇ ਨਿਰਗੁਣ ਸਰਗੁਣ ਦੀ ਏਕਤਾ ਦੀ ਭਗਤੀ ਕੀਤੀ ਕਿ ਕਬੀਰ ਪੰਥੀਏ ਭਾਈ ਲਹਿਣਾ ਜੀ, ਉਹ ਭਗਤ ਕਬੀਰ ਜੀ ਦੀ ਤਵਾਰੀਖ ਵਿੱਚ ਉਹਨਾਂ ਲਿਖਿਆ ਹੈ ਕਿ ਉਦੋਂ ਦੀ ਉਗਾਹੀ ਦਿੰਦੇ ਹਨ ਕਿ ਸਾਰੇ ਭਗਤਾਂ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਮਿਲਾਪ ਹੋਇਆ ਹੈ, ਅਤੇ ਗਿਆਨੀ ਗਿਆਨ ਸਿੰਘ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਗਤਾਂ ਦਾ ਮਿਲਣਾ ਦੱਸਿਆ ਹੈ। ਰਾਮ ਉਦਕ ਤਨ ਜਲ ਬੁਝਾਇਆ ਰਹਾਓ। ਭਗਤ ਕਬੀਰ ਜੀ ਕਹਿਣ ਲੱਗੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਰੂਪੀ ਉਦਕ ਜਲ ਨੇ ਮੇਰੇ ਤਨ ਸਰੀਰ ਵਿੱਚੋਂ ਵਿਛੋੜੇ ਦਾ ਜਲਣ ਸਾੜ ਜੋ ਸੀ ਉਹ ਬੁਝਾ ਦਿੱਤਾ। ਜਿਹੜੀ ਸਾੜ ਸੀ ਜਲਤ ਸੀ, ਸਰੀਰ ਜਲਦਾ ਸੀ, ਉਹ ਬੁਝਾ ਦਿੱਤਾ। ਰਾਮ ਰੂਪੀ ਅੰਮ੍ਰਿਤ ਉਦਕ ਜਲ ਨਾਲ ਤਾਨ ਸੂਖਮ ਸਰੀਰ ਭਾਵ ਅੰਤਸ ਕਰਨ ਵਿੱਚ ਜਿਹੜੀ ਵਿਛੋੜੇ ਦੀ ਜਲਣ ਸੀ ਉਸ ਨੂੰ ਬੁਝਾ ਲਿਆ ਹੈ, ਭਾਵ ਮਨ ਸ਼ਾਂਤ ਅਵਸਥਾ ਵਿੱਚ ਇਸਤਤ ਹੋ ਗਿਆ ਹੈ ਰਹਾਓ। ਇਹ ਸੁਣ ਕੇ ਕੋਲ ਬੈਠੇ ਮਹਾਤਮਾ ਨੇ ਕਿਹਾ ਕਿ ਕਬੀਰ ਸਾਹਿਬ ਜੀ, ਮਨ ਨੂੰ ਮਾਰਨ ਲਈ ਤਾਂ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਣਾ ਪੈਂਦਾ ਹੈ, ਪਰੰਤੂ ਤੁਸੀਂ ਤਾਂ ਘਰ ਪਰਿਵਾਰ ਵਿੱਚ ਹੀ ਰਹਿ ਰਹੇ ਹੋ, ਤਾਂ ਤੁਹਾਡਾ ਮਨ ਕਿਵੇਂ ਮਰਿਆ ਹੋਵੇਗਾ?
ਭਗਤ ਕਬੀਰ ਜੀ ਫਰਮਾਉਂਦੇ ਹਨ, ਮਨ ਮਾਰਨ ਕਾਰਨ ਬਨ ਜਾਈਐ। ਮਹਾਰਾਜ ਭਗਤ ਕਬੀਰ ਜੀ ਕਹਿਣ ਲੱਗੇ, ਹੇ ਮਹਾਤਮਾ ਜਨੋ, ਜੇਕਰ ਮਨ ਦੇ ਮੰਦੇ ਸੁਭਾਅ ਨੂੰ ਮਾਰਨ ਵਾਸਤੇ ਬਨ ਹੁੰਦਾ ਜੰਗਲਾਂ ਵਿੱਚ ਪ੍ਰਾਸਤ ਬਣ ਕੇ, ਜੰਗਲਾਂ ਵਿੱਚ ਬਾਨ ਪ੍ਰਸਤੀ ਬਣ ਕੇ ਜਾ ਰਹੀਏ, ਕਿ ਬਨ ਹੁੰਦਾ ਪਾਣੀ ਦੇ ਕਿਨਾਰੇ 'ਤੇ ਜਾ ਕੇ ਰਹੀਏ, ਬਨ ਬਣਿਆ ਭੇਖਾਂ ਨੂੰ ਧਾਰਨ ਕਰ ਲਈਏ, ਅਨੇਕਾਂ ਪ੍ਰਕਾਰ ਦੇ ਵੇਦ ਪਾਠ ਆਦਿਕ ਰੂਪੀ ਜੰਗਲ ਵਿੱਚ ਕਰਮ ਕਾਂਡ ਜਾ ਕੇ ਕਰੀਏ, ਪਰੰਤੂ ਸੋ ਜਲ ਬਿਨ ਭਗਵੰਤ ਨਾ ਪਾਈਐ। ਸੋ ਉਹ ਜਲ ਪਾਣੀ ਰੂਪੀ ਪਰਮੇਸ਼ਰ ਤੋਂ ਬਿਨਾ ਕਾਲ ਮੋਹ ਕ੍ਰੋਧ ਰੂਪ ਆਦਿਕ ਅੱਗ ਨੂੰ ਬੁਝਾਉਣ ਵਾਲਾ ਉਹ ਭਗਵੰਤ, ਉਹ ਪਰਮੇਸ਼ਰ ਦੀ ਕਿਰਪਾ ਤੋਂ ਬਗੈਰ ਨਹੀਂ ਪਾਈਂਦਾ। ਜਿਹ ਪਾਵਕ ਸੁਰ ਨਰ ਹੈ ਜਾਰੇ, ਜਿਸ ਕਾਲ ਦੀ ਅੱਗ ਨੇ ਮਾਇਆ ਤ੍ਰਿਸ਼ਨਾ ਰੂਪੀ ਪਾਵਕ ਅੱਗ ਨੇ ਸੁਰ ਦੇਵਤੇ ਭੋਗਣ ਰੂਪ, ਪੂਜਾ ਕਰਾਉਣ ਰੂਪ ਅਤੇ ਨਰ ਮਨੁੱਖ ਮਾਇਆ ਨੂੰ ਸੰਗ੍ਰਹਿ ਕਰਨ ਰੂਪ, ਵਿਸ਼ੇ ਭੋਗਣ ਰੂਪ ਸਾੜ ਦਿੱਤੇ ਹਨ। ਰਾਮ ਉਦਕ ਜਨ ਜਲਤ ਉਧਾਰੇ, ਰਾਮ ਉਦਕ ਜਨ ਜਲਤ ਉਧਾਰੇ, ਕਿ ਹੇ ਮਹਾਤਮਾ ਜਨੋ, ਸਾਨੂੰ ਦਾਸਾਂ ਨੂੰ, ਸਾਨੂੰ ਸੇਵਕਾਂ ਨੂੰ ਪਰਮੇਸ਼ਰ ਦੇ ਨਾਮ ਰੂਪੀ ਪਾਣੀ ਨੇ ਸੜਦਿਆਂ ਹੋਇਆਂ ਨੂੰ ਬਚਾ ਲਿਆ ਹੈ। ਫਿਰ ਸਾਧੂ ਜਨ ਕਹਿਣ ਲੱਗੇ ਕਿ ਕਬੀਰ ਸਾਹਿਬ ਜੀ, ਜਿਸ ਪਰਮੇਸ਼ਰ ਦੇ ਨਾਮ ਰੂਪੀ ਜਲ ਨਾਲ ਤੁਹਾਨੂੰ ਸ਼ਾਂਤੀ ਪ੍ਰਾਪਤ ਹੋਈ ਹੈ, ਉਹ ਪਰਮੇਸ਼ਰ ਕਿੱਥੇ ਰਹਿੰਦਾ ਹੈ? ਜੋ ਨਾਮ ਰੂਪੀ ਜਲ ਪਰਮੇਸ਼ਰ ਤੋਂ ਮਿਲਦਾ ਹੈ, ਉਹ ਪਰਮੇਸ਼ਰ ਕਿੱਥੇ ਰਹਿੰਦਾ ਹੈ? ਭਗਤ ਜੀ ਕਹਿਣ ਲੱਗੇ, ਭਵ ਸਾਗਰ ਸੁਖ ਸਾਗਰ ਮਾਹੀ, ਪੀਵ ਰਹੇ ਜਲ ਨਿਖੁੱਟਤ ਨਾਹੀ। ਕਹਿਣ ਲੱਗੇ ਭਗਤ ਕਬੀਰ ਜੀ, ਹੇ ਸੰਤ ਜਨੋ, ਉਹ ਸੁੱਖਾਂ ਦਾ ਸਮੁੰਦਰ ਪਰਮੇਸ਼ਰ ਸੰਸਾਰ ਸਾਗਰ, ਸੰਸਾਰ ਸਮੁੰਦਰ ਦੇ ਵਿੱਚ ਹੀ ਹੈ। ਇਸ ਦੇ ਵਿੱਚੋਂ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ। ਜੋ ਆਹ ਸੰਸਾਰ ਹੈ, ਇਸ ਸੰਸਾਰ ਸਮੁੰਦਰ ਦੇ ਵਿੱਚੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਪੀਵ ਰਹੇ ਜਲ ਨਖੁੱਟਤ ਨਾਹੀ, ਜਿਹੜੇ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਵਿੱਚ ਪਰਚਦੇ ਹਨ, ਉਹ ਅੰਮ੍ਰਿਤ ਨਾਮ ਰੂਪੀ ਪਾਣੀ ਨੂੰ, ਜਲ ਨੂੰ ਪੀਂਦੇ ਹੀ ਰਹਿੰਦੇ ਹਨ। ਇਹ ਅੰਮ੍ਰਿਤ ਰੂਪੀ ਜਲ ਨਿਖੁੱਟਤ ਨਾਹੀ, ਮੁੱਕਣ ਵਾਲਾ ਨਹੀਂ। ਫੇਰ ਕਹਿਣ ਲੱਗੇ ਕਬੀਰ ਸਾਹਿਬ ਜੀ, ਅਸੀਂ ਤਾਪਤ ਕਿਵੇਂ ਬੁਝਾਈਏ? ਭਗਤ ਜੀ ਕਹਿਣ ਲੱਗੇ, ਕਹੇ ਕਬੀਰ ਭਜ ਸਾਰੰਗ ਪਾਣੀ, ਰਾਮ ਉਦਕ ਮੇਰੀ ਤਿੱਖਾ ਬੁਝਾਨੀ। ਭਗਤ ਕਬੀਰ ਜੀ ਕਹਿੰਦੇ ਹਨ ਕਿ ਹੇ ਸੰਤ ਜਨੋ, ਜਿਸ ਪਰਮੇਸ਼ਰ ਨੇ ਗੈਂਡੇ ਦੇ ਸਿੰਗਾਂ ਵਾਲੇ ਸਾਰੰਗ ਧਨੁੱਖ ਨੂੰ ਆਪਣੇ ਪਾਣੀ ਹੱਥਾਂ ਵਿੱਚ ਪਕੜਿਆ ਹੈ, ਉਸ ਨੂੰ ਭਜਨਾ ਕਰੋ, ਉਸ ਨੂੰ ਸਿਮਰਨਾ ਕਰੋ। ਜਿਵੇਂ ਸਾਰੰਗ ਪਪੀਹਾ ਸਵਾਂਤੀ ਬੂੰਦ ਦੀ ਪ੍ਰਾਪਤੀ ਲਈ ਪਿਰੋ ਪਿਰੋ ਕਰਕੇ ਜਪਦਾ ਹੈ, ਉਸ ਤਰ੍ਹਾਂ ਜਪਣਾ ਕਰੋ ਕਿ ਰਾਮ ਪਰਮੇਸ਼ਰ ਦੇ ਨਾਮ ਰੂਪੀ ਜਲ ਨੇ, ਪ੍ਰਭੂ ਰੂਪੀ ਜਲ ਨੇ ਮੇਰੀ ਵਿਛੋੜੇ ਦੀ ਤ੍ਰਿਸ਼ਨਾ ਦੀ ਜਿਹੜੀ ਤ੍ਰੇ ਸੀ ਉਹ ਬੁਝਾ ਦਿੱਤੀ ਹੈ। ਗੌੜੀ ਕਬੀਰ ਜੀ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਕਾਏ ਰਹਾਓ। ਭਗਤ ਕਬੀਰ ਜੀ ਕਹਿਣ ਲੱਗੇ, ਹੇ ਮਾਧੋ ਮਾਇਆ ਦੇ ਪਤੀ ਪਰਮੇਸ਼ਰ, ਸਾਡੇ ਵਿੱਚੋਂ ਨਾਮ ਰੂਪੀ ਜਲ, ਨਾਮ ਰੂਪੀ ਪਾਣੀ ਦੀ ਪਿਆਸ ਤੇਰੇ ਨਹੀਂ ਜਾਂਦੀ। ਭਾਵ ਜਪਦੇ ਹੀ ਰਹੀਏ ਕਿ ਸਾਨੂੰ ਨਾਮ ਦੀ ਤੇ ਹੀ ਲੱਗੀ ਰਹੇ। ਇਹ ਨਾਮ ਰੂਪੀ ਜਲ, ਨਾਮ ਰੂਪੀ ਪਾਣੀ ਦੇ ਵਿੱਚ ਆਉਣ ਕਰਕੇ ਨਾਮ ਜਪਣੇ ਦੀ ਇੱਛਾ ਰੂਪੀ ਅੱਗ ਅਧਕਾਏ ਬਹੁਤ ਜ਼ਿਆਦਾ ਉੱਠ ਖਲੋਤੀ ਹੈ। ਭਾਵ ਜਲ ਮੈਂ ਅਗਨ ਉੱਠੀ ਅਧਕਾਏ, ਭਾਵ ਕਿ ਰੋਮ ਰੋਮ ਆਪ ਜੀ ਦਾ ਸਿਮਰਨ ਕਰੀਏ।
तूं जल निध हौ जल का मीन, जल ही मह रहो जल बिन खीन। हे परमेश्वर, तू राम रूपी जल पानी दा नित खजाना भाव समुंदर है। हौ जल का मीन, हौ मैं आप जी दे नाम रूपी पानी दा रहन वाला। मीन मच्छी दी न्याई हाँ, जिमें मच्छी पानी विच ही रहिंदी है, पानी तो बिना तड़फ तड़फ के मर जाती है। इसे प्रकार हे परमेश्वर, आप जी दे नाम रूपी पानी विच ही सदा रहिंदे हाँ, ते नाम रूपी जल तो बगैर अपने आप नूं खीन के नास होया समझदे हाँ। जैसा कि तू जालनद मीन हम तेरे, कर कृपा संग रखीजै। नाम मोहना तन मन हीना, जल बिन मछली ज्यों मरै। महाराज जी भगत जी समझा रहे हैं, तू पिंजर हौ सूअटा तोर, जम मंझार कहाँ करै मोर। भगत जी कहन लगे, हे परमेश्वर, तू सारिਆਂ ਦਾ आद सठान रूपी पिंजरा दी न्याई है। तू पिंजर, हे परमेश्वर, तू सारिਆਂ ਦਾ आद सठान रूप पिंजर पिंजरे दी न्याई है। अते हौ सूअटा तोर, अते हौ मैं तोर तेरे विच रहन वाला सूअटा तोता हाँ। फिर जम मंझार कहाँ करै मोर, फिर जम जमराज रूपी मंझार बिल्ला मेरा की कर सकता है। जदों तू मेरा पिंजरा रूप है, रख्या करन वाला है, फिर जमराज रूपी बिल्ला की कर सकता है। भाव जेड़ा तोता पिंजरे दे विच होवे, बिल्ला भावें उस दे सामने आस करके बैठा रहे, पार कर कुछ नहीं सकता। इसे प्रकार हे परमेश्वर, तू पिंजरे दी न्याई साडा आसरा रूप है। फिर जाम विच किसे प्रकार दी ताकत नहीं कि मैनू पकड़ लवे। हर मेरा साथी संग सहाई, दुख सुख सिमरी तह मौजूद, जम बपरा मोको कहाँ डराई। फिर जमदूत किमें डरा सकता है। तू तरवर हौ पंखी आहे, मंद भागी तेरो दर्शन नाहे। तू तरवर हौ पंखी आहे, हे परमेश्वर, तू तरवर श्रेष्ठ रुख दी न्याई है, दरख्त दी न्याई है। मैं बैराग विवेक रूपी खंभा वाला, तेरी प्राप्ति रूपी फल नूं खाण वाले पंछियां दी न्याई हाँ। मंद भागी तेरो दर्शन नाहे, मंद भागी मंदे भागा वालियां नूं तेरा दर्शन दीदार नहीं प्राप्त हुंदा। हे पति परमेश्वर, तुहाडे दर्शन दीदार करके मंद ताई वाली वासना भज जाती है। तू सतगुर हौ नौ तल नौ तन चेला, कह कबीर मिल अंत की बेला। तू सतगुर हौ नौ तन चेला, जिस प्रकार गुरु अपने नवे चेले की आप राखी करे तां उसका बचाव हुंदा है। इसे प्रकार हे परमेश्वर, तू सतगुरु रूप है, अते मैं तेरा नौ तन नवीन नवा चेला नवा सेवक हाँ। तू ही आदि व्याधि उपाधि आदि रोगां तो मेरी रख्या करन वाला है। कह कबीर मिल अंत की वेला। भगत कबीर जी कथन करते हैं, हे परमेश्वर, मैनू आके मिलना कर। यह मनुखा जन्म अंत दी वारी है। मिल अंत की वेला, यह मनुखा जन्म अंत दी वारी है। हे परमेश्वर, जदों तू मैनू मिल गया तां फिर मेरे ते अंत दा वेला समा की आवेगा। भाव अंत दा समा आ ही नहीं सकेगा। हे महाराज, इस मनुखा जन्म विच तू मैनू आके मिलना कर, नहीं तां अंत की धर्मराज अवेला होके मैनू चिंबड़ जाएगा। संसार रूपी जंजाल विच मैनू
ਪੈਣਾ ਪਵੇਗਾ। हे परमेश्वर तेरे नाल मिलन करके मैनू संसार रूपी वेला जंगल वेले विच ही पैना पवेगा, भाव नहीं पवांगा। भगत जी ने बड़े ही विस्तार दे नाल गुरबाणी द्वारा समझाउणा कीता है। समा हो चुक्या है। 6 पौड़ियाँ आनंद साहब का जाप करके अरदास बेनती करिए, महाराज किरपा करन। भगत जी ने बड़े ही विस्तार दे नाल गुरबाणी द्वारा संगतां नूं उपदेश बख्शिश कीता है। होईयां भुल्लां दी खिमा। 6 पौड़ियाँ आनंद साहब का जाप करके अरदास बेनती करिए। भगतां दी बाणी साखियां पूर्वक बड़े ही विस्तार दे नाल समझाउण वाली है। गुरबाणी पढ़द्यां तो विचारां करद्यां तो एक नहीं अनेकां ही भुल्लां हो जांदियां हन। गुरु ते गुरु दी संगत बख्शणहार हन। आओ 6 पौड़ियाँ आनंद साहब का जाप करिए, अरदास बेनती करिए। महाराज आईयां संगतां दी हाज़री दर प्रवान होवे। चलिया होया कदम लेखे विच लाउणा, गुरसिੱਖੀ ਦੀਆਂ नाम ਦੀਆਂ ਦਾਤਾਂ बख्शणियां। महाराज